ਹਾਂਜੀ ਫਰੈਂਡਸ, ਵੈਲਕਮ ਟੂ ਇਨਫੋ ਅਬਾਊਟ ਆਲ ਗਵਰਨਮੈਂਟ ਜੋਬਸ। ਆਰਮੀ ਵਿੱਚ ਜੋਬ ਕਰਨ ਵਾਲਿਆਂ ਲਈ ਬਹੁਤ ਵਧੀਆ ਖੁਸ਼ਖਬਰੀ ਹੈ ਜੀ। ਆਰਮੀ ਦੀਆਂ ਜਿਹੜੀਆਂ ਰਿਕਰੂਟਮੈਂਟ ਰੈਲੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਕਿੱਥੇ ਰੈਲੀ ਹੈ, ਕਦੋਂ ਰੈਲੀ ਹੈ, ਕਿੰਨੇ ਤੱਕ ਰਹੇਗੀ, ਸਾਰੀ ਗੱਲ ਕਰਾਂਗੇ ਜੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਗਰ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਿਓ ਜੀ। ਅਗਰ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਹੋਊਗਾ ਤਾਂ ਕੋਈ ਵੀ ਜਿਹੜੀ ਪੋਸਟ ਹੈਗੀ ਉਹਦੀ ਜਾਣਕਾਰੀ ਤੁਹਾਡੇ ਕੋਲ ਨਹੀਂ ਪਹੁੰਚੇਗੀ। ਇਸ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ। ਜ਼ਿਆਦਾ ਦੇਰ ਨਾ ਲਾਉਂਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ। ਆਰਮੀ ਰਿਕਰੂਟਮੈਂਟ ਰੈਲੀ ਹੈ ਜਿਹੜੀ, ਇਹ ਫਿਰੋਜ਼ਪੁਰ ਕੈਂਟ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿਖੇ ਹੈ ਜੀ। ਵੈਨਿਊ ਹੈ ਜਿਹੜਾ ਇਹਦਾ ਫਿਰੋਜ਼ਪੁਰ ਕੈਂਟ ਹੈ, ਕੈਪਟਨ ਸੁੰਦਰ ਸਿੰਘ ਸਟੇਡੀਅਮ ਹੈ ਫਿਰੋਜ਼ਪੁਰ ਦੀ। ਗੱਲ ਕਰ ਲੈਂਦੇ ਹਾਂ ਕਦੋਂ ਤੋਂ ਕਦੋਂ ਤੱਕ ਰਹੇਗੀ। ਜਿਹੜੀ ਇਹ ਰੈਲੀ ਹੈ 1 ਅਪ੍ਰੈਲ 2021 ਤੋਂ 20 ਅਪ੍ਰੈਲ 2021 ਹੈ ਜੀ। ਰੈਲੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਤੁਹਾਨੂੰ ਔਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਔਨਲਾਈਨ ਰਜਿਸਟ੍ਰੇਸ਼ਨ ਮੈਂਡੇਟਰੀ ਹੈ, ਜ਼ਰੂਰੀ ਹੈ। ਅਗਰ ਔਨਲਾਈਨ ਤੁਸੀਂ ਅਪਲਾਈ ਨਹੀਂ ਕਰੋਗੇ, ਰਜਿਸਟ੍ਰੇਸ਼ਨ ਨਹੀਂ ਕਰੋਗੇ ਤਾਂ ਆਰਮੀ ਰਿਕਰੂਟਮੈਂਟ ਰੈਲੀ 'ਚ ਤੁਸੀਂ ਜਾ ਨਹੀਂ ਸਕਦੇ। ਇਸ ਲਈ ਔਨਲਾਈਨ ਅਪਲਾਈ ਜ਼ਰੂਰ ਕਰੋ। ਔਨਲਾਈਨ ਅਪਲਾਈ ਕਰਨ ਦੀ ਜਿਹੜੀ ਰਜਿਸਟ੍ਰੇਸ਼ਨ ਕਰਨ ਦੀ ਡੇਟ ਹੈ ਉਹ 31 ਜਨਵਰੀ 2021 ਤੋਂ 16 ਮਾਰਚ 2021 ਹੈ ਜੀ। ਯਾਦ ਜ਼ਰੂਰ ਰੱਖ ਲਿਓ, 31 ਜਨਵਰੀ 2021 ਤੋਂ ਰਜਿਸਟ੍ਰੇਸ਼ਨ ਸਟਾਰਟ ਹੋ ਰਹੀ ਹੈ ਅਤੇ 16 ਮਾਰਚ 2021 ਤੱਕ ਰਜਿਸਟ੍ਰੇਸ਼ਨ ਇਹ ਚੱਲੇਗੀ। ਅੱਗੇ ਗੱਲ ਕਰ ਲੈਂਦੇ ਹਾਂ ਜੀ, ਜਿਹੜੇ ਕੈਂਡੀਡੇਟ ਨੇ, ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਕੈਂਡੀਡੇਟ ਇਸ ਰੈਲੀ ਲਈ ਅਪਲਾਈ ਕਰ ਸਕਦੇ ਆ ਜਾਂ ਐਲੀਜੀਬਲ ਨੇ। ਬਠਿੰਡਾ ਡਿਸਟ੍ਰਿਕਟ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਜਿਹੜੇ ਕੈਂਡੀਡੇਟ ਨੇ ਉਹ ਇਸ ਰੈਲੀ ਲਈ ਅਪਲਾਈ ਕਰ ਸਕਦੇ ਨੇ। ਦੁਬਾਰੇ ਸੁਣ ਲਓ ਜੀ, ਬਠਿੰਡਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ। 1 ਅਪ੍ਰੈਲ 2021, 20 ਅਪ੍ਰੈਲ 2021 ਤੱਕ। ਇਹ ਤੁਹਾਨੂੰ ਪਹਿਲਾਂ ਆਪਾਂ ਦੱਸ ਚੁੱਕੇ ਹਾਂ। ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਕੈਂਟ, ਵੈਨਿਊ ਇਹ ਵੀ ਦੱਸ ਚੁੱਕੇ ਹਾਂ। ਅਤੇ ਗੇਟ ਜਿਹੜੇ ਖੁੱਲ੍ਹਣਗੇ ਜੀ ਉਹ 5 ਵਜੇ ਅਤੇ ਐਂਡ ਵਿਲ ਬੀ ਕਲੋਜ਼ਡ 10 ਵਜੇ ਔਰਜ਼। ਠੀਕ ਹੈ ਜੀ। ਔਨ ਈਚ ਡੇ 0500 ਔਰਜ਼ ਐਂਡ 1000 ਔਰਜ਼ ਲਿਖਿਆ ਹੋਇਆ ਇਹਨਾਂ ਨੇ। ਔਨਲਾਈਨ ਰਜਿਸਟ੍ਰੇਸ਼ਨ ਹੈ ਜਿਹੜੀ ਮੈਂਡੇਟਰੀ ਹੈ ਅਤੇ ਵਿਲ ਬੀ ਓਪਨਡ ਫਰੋਮ 31 ਜਨਵਰੀ। ਦੁਬਾਰੇ ਫਿਰ ਇਹਨਾਂ ਨੇ ਉਹੀ ਚੀਜ਼ ਲਿਖਤੀ ਜੀ ਜਿਹੜੀ ਆਪਾਂ ਪਹਿਲਾਂ। ਇਸ ਚੀਜ਼ ਨੂੰ ਧਿਆਨ 'ਚ ਰੱਖਿਓ, ਇਗਨੋਰ ਨਾ ਕਰਿਓ। ਜੇ ਤੁਸੀਂ ਬਿਨਾਂ ਰਜਿਸਟ੍ਰੇਸ਼ਨ ਤੋਂ ਰੈਲੀ 'ਚ ਸ਼ਾਮਲ ਹੋਣ ਜਾਓਗੇ ਤਾਂ ਉਹਨਾਂ ਨੇ ਤੁਹਾਨੂੰ ਰੈਲੀ ਦੇ ਵਿੱਚ ਸ਼ਾਮਲ ਨਹੀਂ ਕਰਨਾ। ਇਸ ਲਈ ਜ਼ਰੂਰ ਯਾਦ ਰੱਖਿਓ ਵੀ ਜਿਹੜਾ ਤੁਸੀਂ ਇਹ ਰਜਿਸਟ੍ਰੇਸ਼ਨ ਕਰਵਾਉਣੀ ਹੈ। ਬਕਾਇਦਾ ਇਹਨਾਂ ਦੇ ਜਿਹੜੇ ਐਡਮਿਟ ਕਾਰਡਸ ਨੇਗੇ ਉਹ ਈਮੇਲ ਦੇ ਥਰੂ ਤੁਹਾਨੂੰ ਦਿੱਤੇ ਜਾਣਗੇ। ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਉੱਥੇ ਤੁਹਾਡੀ ਈਮੇਲ ਆਈਡੀ, ਮੋਬਾਈਲ ਨੰਬਰ ਮੰਗਣਗੇ, ਉੱਥੇ ਤੁਹਾਡੇ ਕੋਲ ਐਡਮਿਟ ਕਾਰਡ ਹੋਣਗੇ ਜੀ। ਐਡਮਿਟ ਕਾਰਡ ਹੈ ਜਿਹੜੇ 18/3/2021 ਤੋਂ 31 ਮਾਰਚ 2021 ਤੱਕ ਆਉਣਗੇ। ਠੀਕ ਹੈ ਜੀ। ਮਤਲਬ ਕਿ 16 ਮਾਰਚ ਤੱਕ ਤਾਂ ਤੁਸੀਂ ਅਪਲਾਈ ਕਰਨਾ ਹੈ। ਉਸ ਤੋਂ ਬਾਅਦ 18 ਤਰੀਕ ਤੋਂ 31 ਤਰੀਕ ਤੱਕ ਐਡਮਿਟ ਕਾਰਡ ਆਉਣੇ ਸ਼ੁਰੂ ਹੋ ਜਾਣਗੇ। ਕੈਂਡੀਡੇਟ ਨੇ ਜਿਹੜੇ ਉਹ ਵੈਨਿਊ 'ਤੇ ਮੈਂਸ਼ਨ ਵੈਨਿਊ ਇਨ ਦਾ ਐਡਮਿਟ ਕਾਰਡ, ਮਤਲਬ ਕਿ ਜਿਹੜਾ ਐਡਮਿਟ ਕਾਰਡ 'ਤੇ ਤੁਹਾਨੂੰ ਐਡਰੈਸ ਦਿੱਤਾ ਹੋਊਗਾ ਉਹ ਵਾਲੇ ਐਡਰੈਸ 'ਤੇ ਤੁਸੀਂ ਪਹੁੰਚ ਜਾਣਾ ਹੈ ਜੀ। ਅੱਗੇ ਗੱਲ ਕਰ ਲੈਂਦੇ ਹਾਂ ਕੈਟੇਗਰੀ ਵਾਈਜ਼ ਅਤੇ ਕੁਆਲੀਟੇਟਿਵ ਰਿਕੁਆਇਰਮੈਂਟਸ ਦੀ। ਉਹ ਗੱਲ ਕਰ ਲੈਂਦੇ ਹਾਂ। ਕੈਟੇਗਰੀ ਹੈ ਜਿਹੜੀ ਜੀ ਸੋਲਜਰ ਜਨਰਲ ਡਿਊਟੀ ਆਲ ਆਰਮਸ ਦੇ ਲਈ ਹੈ। ਏਜ ਜਿਹੜੀ ਹੈਗੀ ਜੀ 17.5 ਸਾਲ ਤੋਂ ਲੈ ਕੇ 21 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਬੋਰਨ ਦਾ ਸਾਲ ਹੈ ਜਿਹੜਾ 1/10/2000 ਤੋਂ 1/4/2004 ਤੱਕ ਹੋਣਾ ਚਾਹੀਦਾ ਹੈ ਜੀ। ਹਾਈਟ ਦੀ ਗੱਲ ਕਰ ਲੈਂਦੇ ਹਾਂ, 170 ਸੈਂਟੀਮੀਟਰ ਹਾਈਟ ਹੋਣੀ ਚਾਹੀਦੀ ਹੈ। ਵੇਟ ਦੀ ਗੱਲ ਕਰ ਲੈਂਦੇ ਹਾਂ ਜੀ, ਮਿਨੀਮਮ ਹੈ ਜਿਹੜਾ 52 ਸਾਲ ਹੋਣਾ ਚਾਹੀਦਾ ਹੈ। 17.5 ਤੋਂ ਲੈ ਕੇ 20 ਸਾਲ ਦਾ ਜਿਹੜਾ ਕੈਂਡੀਡੇਟ ਹੈ ਉਹਦੀ 63.6 ਤੱਕ ਵੇਟ ਹੋ ਸਕਦਾ ਹੈ। 20+01 ਡੇਜ਼ ਟੂ, ਠੀਕ ਹੈ ਜੀ, 21 ਸਾਲ ਤੱਕ 66.5 ਵੇਟ ਹੋ ਸਕਦਾ ਹੈ। ਚੈਸਟ ਹੈ ਜਿਹੜੀ ਜੀ ਉਹ ਹੈਗੀ ਹੈ 77 ਸੈਂਟੀਮੀਟਰ ਪਲੱਸ 5 ਸੈਂਟੀਮੀਟਰ, ਮਤਲਬ ਐਕਸਪੈਂਸ਼ਨ ਫੈਲਾ ਕੇ ਜੀ। ਐਜੂਕੇਸ਼ਨ ਕੁਆਲਿਟੇਟਿਵ ਰਿਕੁਆਇਰਮੈਂਟਸ ਦੀ ਗੱਲ ਕਰ ਲੈਂਦੇ ਜੀ, 10ਵੀਂ ਪੱਧਰ ਤੱਕ ਦੀ ਉਹਨੇ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਜਾਂ 45% ਮਾਰਕਸ ਐਗਰੀਗੇਟ ਐਂਡ ਮਿਨੀਮਮ 30% ਮਾਰਕਸ ਇਨ ਈਚ। ਹਰੇਕ ਸਬਜੈਕਟ 'ਚੋਂ 33% ਮਾਰਕਸ ਹੋਣੇ ਚਾਹੀਦੇ ਹੈ ਅਤੇ ਪੂਰੇ ਸਾਰੇ ਟੋਟਲ ਮਿਲਾ ਕੇ 45% ਮਾਰਕ ਹੋਣੇ ਚਾਹੀਦੇ ਹੈ। ਫੋਰ ਬੋਰਡ ਫੋਲੋਇੰਗ ਗ੍ਰੇਡ ਸਿਸਟਮ ਮਿਨੀਮਮ ਆਫ ਗ੍ਰੇਡ ਡੀ ਗ੍ਰੇਡ, ਮਤਲਬ ਕਿ ਘੱਟੋ ਘੱਟ ਡੀ ਗ੍ਰੇਡ ਹੋਣਾ ਚਾਹੀਦਾ 33 ਤੋਂ 40 ਇਨ ਈਚ ਸਬਜੈਕਟਸ, ਔਰ ਗ੍ਰੇਡ ਵਿੱਚ ਕੰਟੇਨਸ
33% ਓਵਰਆਲ ਐਗਰੀਗੇਟ ਆਫ C2 ਗ੍ਰੇਡਸ। ਮਤਲਬ ਕਿ ਜਿਨ੍ਹਾਂ ਦਾ ਗ੍ਰੇਡ ਸਿਸਟਮ ਹੈ ਉਹਨਾਂ ਦੇ ਵੀ 33% ਮਾਰਕਸ ਹੈ ਜਿਹੜੇ ਬਣਨੇ ਚਾਹੀਦੇ ਹਨ ਜੀ। ਸ਼ੋਲਜਰ ਟੈਕਨੀਕਲ ਦੀ ਗੱਲ ਕਰ ਲੈਂਦੇ ਹਾਂ ਜੀ। 17 ਤੋਂ 23 ਸਾਲ ਦੇ ਵਿੱਚ ਏਜ ਹੋਣੀ ਚਾਹੀਦੀ ਹੈ। ਜਿਹੜਾ ਜਨਮ ਹੈ 1/10/1998 ਤੋਂ 1/4/2004 ਦੇ ਵਿੱਚ ਜਨਮ ਹੋਇਆ ਹੋਣਾ ਚਾਹੀਦਾ। 170 ਉਹਦੀ ਹਾਈਟ ਹੋਣੀ ਚਾਹੀਦੀ ਹੈ ਸੈਂਟੀਮੀਟਰ। ਅਤੇ ਵੇਟ ਦੀ ਗੱਲ ਕਰ ਲੈਂਦੇ ਜੇ ਮਿਨੀਮਮ ਘੱਟੋ ਘੱਟ 52 ਕਿਲੋ ਹੋਣਾ ਚਾਹੀਦਾ। ਵੱਧ 17.5 ਤੋਂ 20 ਸਾਲ ਤੱਕ 63.6 ਹੈ ਜੀ। 20+01 ਡੇਜ਼ ਟੂ 23 ਸਾਲ ਤੱਕ 66.5 ਹੈ ਜੀ। ਚੈਸਟ ਦੀ ਗੱਲ ਕਰ ਲੈਂਦੇ ਹਾਂ। ਬਿਨਾਂ ਫੁਲਾਏ ਜਿਹੜੀ 77 ਹੋਣੀ ਚਾਹੀਦੀ ਹੈ ਪਲੱਸ 5 ਸੈਂਟੀਮੀਟਰ ਦੀ ਐਕਸਪੈਂਸ਼ਨ ਹੈ ਜੀ। ਇਹਦੇ 'ਚ ਜਿਹੜੀ ਕੁਆਲੀਫਿਕੇਸ਼ਨ ਮੰਗੀ ਹੈ ਇਹਨਾਂ ਨੇ ਉਹ +2 ਮੰਗੀ ਹੈ ਜੀ। ਇੰਟਰਮੀਡੀਏਟ ਐਗਜ਼ਾਮ ਸਾਇੰਸ ਵਿਦ ਸਾਇੰਸ, ਮਤਲਬ ਕਿ ਫਿਜ਼ੀਕਲ ਸਾਇੰਸ ਵਿਦ ਫਿਜ਼ਿਕਸ ਐਂਡ ਕੈਮਿਸਟਰੀ, ਮੈਥ, ਇੰਗਲਿਸ਼। ਉਹਨਾਂ ਨੇ ਸਾਇੰਸ, ਫਿਜ਼ਿਕਸ, ਕੈਮਿਸਟਰੀ, ਮੈਥ ਨਾਲ ਘੱਟੋ ਘੱਟ 50% ਮਾਰਕਸ ਕੀਤੇ ਹੋਣੇ ਚਾਹੀਦੇ ਹਨ। ਠੀਕ ਹੈ ਜੀ। ਅਤੇ ਹਰੇਕ ਸਬਜੈਕਟ 'ਚੋਂ 40% ਮਾਰਕਸ ਹੋਣੇ ਚਾਹੀਦੇ ਹਨ। ਟੋਟਲ ਸਾਰੇ ਸਬਜੈਕਟਾਂ 'ਚੋਂ 50% ਮਾਰਕਸ ਹੋਣੇ ਚਾਹੀਦੇ। ਅੱਗੇ ਗੱਲ ਕਰ ਲੈਂਦੇ ਜੀ ਆਪਾਂ ਸੋਲਜਰ ਨਰਸਿੰਗ ਅਸਿਸਟੈਂਟ ਦੀ, AMC। 17.5 ਸਾਲ ਤੋਂ 23 ਸਾਲ ਤੱਕ ਏਜ ਹੋਣੀ ਚਾਹੀਦੀ ਹੈ ਜੀ। 1/10/1998 ਤੋਂ 1/4/2004 ਤੱਕ ਦਾ ਜਨਮ ਹੋਣਾ ਚਾਹੀਦਾ। 170 ਸੈਂਟੀਮੀਟਰ ਉਹਦੀ ਹਾਈਟ ਹੋਣੀ ਚਾਹੀਦੀ ਹੈ। ਅਤੇ ਵੇਟ ਦੀ ਗੱਲ ਕਰ ਲੈਂਦੇ ਜੀ। ਮਿਨੀਮਮ ਹੈ ਜਿਹੜਾ 52 ਕਿਲੋ ਹੋਣਾ ਚਾਹੀਦਾ। 17.5 ਤੋਂ 20 ਸਾਲ 63.6, 20+1 ਡੇਜ਼ ਟੂ 23 ਸਾਲ ਤੱਕ 66.5 ਹੈ ਜੀ। ਚੈਸਟ ਦੀ ਗੱਲ ਕਰ ਲੈਂਦੇ ਹਾਂ। ਸੇਮ 70+5 ਸੈਂਟੀਮੀਟਰ ਐਕਸਪੈਂਸ਼ਨ ਹੈ ਜੀ। ਕੁਆਲੀਫਿਕੇਸ਼ਨ ਦੀ ਗੱਲ ਕਰ ਲੈਂਦੇ ਹਾਂ। +2 ਕੀਤੀ ਹੋਣੀ ਚਾਹੀਦੀ ਹੈ ਇਨ ਸਾਇੰਸ ਵਿਦ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਇੰਗਲਿਸ਼। ਇਹਨਾਂ ਸਬਜੈਕਟਾਂ 'ਚ ਘੱਟੋ ਘੱਟ 50% ਮਾਰਕਸ ਹੋਣੇ ਚਾਹੀਦੇ ਆ ਸਾਰੇ ਸਬਜੈਕਟਾਂ 'ਚੋਂ। ਅਤੇ ਪਰ ਸਬਜੈਕਟ ਹੈ ਜਿਹੜੇ ਇੱਕ ਸਬਜੈਕਟ ਹੈ ਜਿਹੜਾ ਉਹਨਾਂ 'ਚੋਂ 40% ਮਾਰਕਸ ਹੋਣੇ ਚਾਹੀਦੇ। ਠੀਕ ਹੈ ਜੀ। ਮਿਨੀਮਮ ਹਰ ਇੱਕ ਸਬਜੈਕਟ 'ਚ, ਅਤੇ ਓਵਰਆਲ ਸਾਰੇ ਸਬਜੈਕਟਾਂ 'ਚੋਂ 50% ਮਾਰਕਸ ਹੋਣੇ ਚਾਹੀਦੇ। ਜਾਂ ਇਹਨਾਂ ਨੇ ਕਿਹਾ ਜੀ +2 ਕੀਤੀ ਹੋਣੀ ਚਾਹੀਦੀ ਹੈ ਸਾਇੰਸ ਵਿੱਚ ਫਿਜ਼ਿਕਸ, ਕੈਮਿਸਟਰੀ, ਬੋਟਨੀ ਐਂਡ ਜੂਲੋਜੀ ਐਂਡ ਇੰਗਲਿਸ਼ ਨਾਲ। ਘੱਟੋ ਘੱਟ 50% ਮਾਰਕਸ ਹੋਣੇ ਚਾਹੀਦੇ ਸਾਰੇ ਸਬਜੈਕਟਾਂ 'ਚੋਂ। ਅਤੇ ਹਰੇਕ ਸਬਜੈਕਟ ਹੈ ਜਿਹੜਾ ਉਹ 'ਚੋਂ ਘੱਟੋ ਘੱਟ 40% ਮਾਰਕਸ ਹੋਣੇ ਹੀ ਚਾਹੀਦੇ ਹੈ। ਸੋਲਜਰ, ਕਲਰਕ, ਸਟੋਰ ਕੀਪਰ ਟੈਕਨੀਕਲ ਦੀ ਗੱਲ ਕਰ ਲੈਣੀ। ਹਾਂਜੀ, ਇਹ ਬਹੁਤ ਵਧੀਆ ਮੌਕਾ ਹੈ ਜਿਹੜੇ ਆਪਣਾ ਆਰਮੀ ਦੇ ਵਿੱਚ ਸੋਲਜਰ, ਕਲਰਕ ਜਾਂ ਸਟੋਰ ਕੀਪਰ ਜਾਂ ਟੈਕਨੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ, ਜੋਬ ਕਰਨਾ ਚਾਹੁੰਦੇ ਨੇ ਜੀ। ਉਮਰ ਦੀ ਗੱਲ ਕਰਨੇ ਆ 17.5 ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ। ਜਨਮ ਦਾ ਜਿਹੜਾ ਸਾਲ ਹੈ 1/10/1998 ਤੋਂ 1/4/2004 ਦੇ ਵਿੱਚ ਹੋਣਾ ਚਾਹੀਦਾ। ਇਹਨਾਂ ਨੇ ਇੱਥੇ ਹਾਈਟ ਘਟਾਤੀ ਹੈ ਜੀ। 162 ਸੈਂਟੀਮੀਟਰ ਜੇ ਕਿਸੇ ਦੀ ਹਾਈਟ ਹੈ ਤਾਂ ਉਹ ਅਪਲਾਈ ਕਰ ਸਕਦਾ ਹੈ। ਠੀਕ ਹੈ ਜੀ। ਰਜਿਸਟ੍ਰੇਸ਼ਨ ਉਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਜਿਵੇਂ ਪਹਿਲਾਂ ਅਪਲਾਈ ਕਰੋਗੇ ਫਿਰ ਰੈਲੀ 'ਚ ਜਾਓਗੇ। ਮਿਨੀਮਮ 47.2 ਕਿਲੋਗ੍ਰਾਮ ਵੇਟ ਹੋਣਾ ਚਾਹੀਦਾ ਜੀ। 17.5 ਸਾਲ ਤੱਕ ਜਿਹੜੀ ਉਮਰ ਹੋਣੀ ਚਾਹੀਦੀ ਹੈ। ਅਤੇ 57.7 ਕਿਲੋਗ੍ਰਾਮ ਵੇਟ ਹੋਣਾ ਚਾਹੀਦਾ ਹੈ। 20+1 ਡੇਜ਼ ਟੂ 23 ਈਅਰਸ, 23 ਸਾਲ ਤੱਕ 60.4 ਹੈ ਜਿਹੜਾ ਵੇਟ ਹੋਣਾ ਚਾਹੀਦਾ। ਛਾਤੀ ਉਵੇਂ 77+5 ਸੈਂਟੀਮੀਟਰ ਐਕਸਪੈਂਸ਼ਨ ਦੇ ਨਾਲ ਹੋਣੀ ਚਾਹੀਦੀ। ਅਤੇ ਕੁਆਲੀਫਿਕੇਸ਼ਨ ਦੀ ਗੱਲ ਕਰ ਲੈਂਦੇ ਜੀ। +2 ਕਿਹਾ ਇਹਨਾਂ ਨੇ। ਇੰਟਰਮੀਡੀਏਟ ਐਗਜ਼ਾਮ ਵਿਦ ਐਨੀ ਸਟਰੀਮ, ਕਿਸੇ ਵੀ ਸਟਰੀਮ 'ਚ, ਮਤਲਬ ਕਿ ਕੋਈ ਵੀ ਸਟਰੀਮ ਹੈ ਜਿਹੜਾ ਤੁਸੀਂ +2 ਨਾਲ ਕੀਤਾ ਹੋਣਾ ਚਾਹੀਦਾ। ਆਰਟਸ ਹੈ, ਕਮਰਸ ਹੈ ਐਂਡ ਸਾਇੰਸ ਹੈ, ਕੋਈ ਮਰਜ਼ੀ ਕਰ ਸਕਦੇ ਹੋ। ਘੱਟੋ ਘੱਟ ਹੈ ਜਿਹੜੇ 60% ਮਾਰਕਸ ਹੋਣੇ ਚਾਹੀਦੇ ਹੈਗੇ ਸਾਰੇ ਸਬਜੈਕਟਾਂ 'ਚੋਂ। ਅਤੇ ਪਰ ਸਬਜੈਕਟ ਹੈ ਜਿਹੜਾ ਘੱਟੋ ਘੱਟ ਉਹਦੇ 'ਚੋਂ 50% ਮਾਰਕਸ ਹੋਣੇ ਚਾਹੀਦੇ ਨੇ। ਇੰਗਲਿਸ਼ ਅਤੇ ਮੈਥ ਦੇ ਵਿੱਚ 50% ਮਾਰਕਸ ਹੋਣੇ ਚਾਹੀਦੇ। ਅਕਾਊਂਟਸ 'ਚ ਵੀ। ਬੁੱਕ ਕੀਪਿੰਗ ਇਨ ਕਲਾਸ 12th ਇਜ਼ ਮੈਂਡੇਟਰੀ। ਇਹਨਾਂ ਜਿਹੜੇ ਸਬਜੈਕਟ ਇਹਨਾਂ ਨੇ ਕਿਹਾ ਇਹਨਾਂ 'ਚੋਂ ਕਿਸੇ ਇੱਕ 'ਚ 50% ਮਾਰਕਸ ਹੈ ਜਿਹੜੇ ਉਹ ਜੋ ਮੈਂਡੇਟਰੀ ਨੇ, ਜ਼ਰੂਰੀ ਨੇ। ਨੋਟ ਇਹਨਾਂ ਨੇ ਦਿੱਤਾ ਹੋਇਆ ਐਜੂਕੇਸ਼ਨ ਸਰਟੀਫਿਕੇਟ ਇਸ਼ੂਡ ਬਾਈ ਐਜੂਕੇਸ਼ਨ ਬੋਰਡਸ ਐਫੀਲੀਏਟਡ ਟੂ ਲਿਸਟਡ ਬਾਈ COBSE, AICTE, CBSE ਐਂਡ NOS ਓਨਲੀ ਵਿਲ ਬੀ ਕੰਸੀਡਰਡ। ਮਤਲਬ ਕਿ ਜਿਹੜੇ ਐਜੂਕੇਸ਼ਨ ਬੋਰਡ ਨੇ ਜਿਨ੍ਹਾਂ ਤੋਂ ਉਹਨਾਂ ਨੇ ਆਪਣੀ ਕੁਆਲੀਫਿਕੇਸ਼ਨ ਕੀਤੀ ਹੈ, ਉਹ ਜਿਹੜੇ ਨੇਗੇ ਬੋਰਡਸ ਲਿਸਟਡ ਨੇਗੇ COBSE ਦੇ, ਜਾਂ AIC ਆਲ ਇੰਡੀਆ ਕਾਊਂਸਲ ਆਫ ਟੈਕਨੀਕਲ ਐਜੂਕੇਸ਼ਨ, ਜਾਂ CBSE ਜਾਂ NIS ਓਨਲੀ ਦੁਆਰਾ ਉਹੀ ਕੰਸੀਡਰ ਕੀਤੇ ਜਾਣਗੇ। ਇਸ ਤੋਂ ਇਲਾਵਾ ਹੋਰ ਕੋਈ ਬੋਰਡ ਜਿਨ੍ਹਾਂ ਤੋਂ ਤੁਸੀਂ ਆਪਣੀ ਕੁਆਲੀਫਿਕੇਸ਼ਨ ਕੀਤੀ ਹੈ ਉਹ ਕੰਸੀਡਰ ਨਹੀਂ ਕੀਤੇ ਜਾਣਗੇ। ਸਪੈਸ਼ਲ ਫਿਜ਼ੀਕਲ ਸਟੈਂਡਰਡ ਐਜ਼ ਪਰ ਐਪਲੀਕੇਸ਼ਨ ਉਹਨਾਂ ਨੇ ਕਿਹਾ। ਰਿਲੈਕਸੇਸ਼ਨ ਇਨ ਫਿਜ਼ੀਕਲ ਸਟੈਂਡਰਡ ਐਜ਼ ਪਰ
ਹਾਂਜੀ, ਕੈਟੇਗਰੀ ਗੱਲ ਕਰ ਲੈਂਦੇ ਹੁਣ। ਸਨ ਆਫ ਸਰਵਿਸਮੈਨ, ਐਕਸ ਸਰਵਿਸਮੈਨ ਹੈ, ਵਿਡੋ ਹੈ ਜਿਹੜੇ, ਜਾਂ ਐਕਸ ਸਰਵਿਸਮੈਨ ਹੈ। ਹਾਈਟ ਉਹਨਾਂ ਦੀ 2 ਸੈਂਟੀਮੀਟਰ। ਅਡੋਪਟ ਸਨ ਇਨ ਲਾ ਹੈ ਜਿਹੜਾ, ਇਫ ਸੀ ਲੀਗਲੀ ਅਡੋਪਟਡ ਸਰਵਿੰਗ ਸੋਲਜਰ ਹੈ ਜਿਹੜਾ, ਜਾਂ ਐਕਸ ਸਰਵਿਸਮੈਨ ਹੈ, ਉਹਦੀ ਵੀ ਹਾਈਟ ਹੈ ਜਿਹੜੀ 2 ਸੈਂਟੀਮੀਟਰ। ਚੈਸਟ 1 ਸੈਂਟੀਮੀਟਰ ਅਤੇ ਵੇਟ ਹੈ ਜਿਹੜਾ ਉਹ 2 ਕਿਲੋਗ੍ਰਾਮ ਹੈ ਜੀ। ਅੱਗੇ ਗੱਲ ਕਰ ਲੈਂਦੇ ਹਾਂ ਆਊਟਸਟੈਂਡਿੰਗ ਸਪੋਰਟਸਮੈਨ ਦੀ। ਆਊਟਸਟੈਂਡਿੰਗ ਸਪੋਰਟਸਮੈਨ ਦੇ ਲਈ ਵੀ ਇਹਨਾਂ ਨੇ 2, 3, 5 ਕਿਹਾ ਹੋਇਆ, ਉਹ ਤੁਸੀਂ ਦੇਖ ਸਕਦੇ ਹੋ। ਹਾਈਟ ਹੈ ਜਿਹੜੀ ਉਹਦੇ 'ਚ 2 ਸੈਂਟੀਮੀਟਰ ਤੱਕ ਦੀ ਛੋਟ ਹੈ ਜੀ। ਚੈਸਟ ਦੇ ਵਿੱਚ ਵੀ 3 ਸੈਂਟੀਮੀਟਰ ਤੱਕ ਦੀ, ਅਤੇ ਵੇਟ ਦੇ ਵਿੱਚ 5 ਕਿਲੋਗ੍ਰਾਮ ਦੀ ਜੀ। ਇਹ ਬਾਕੀ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਇਹਨਾਂ ਨੇ, ਇਹ ਪੜ੍ਹ ਲੈਣਾ ਤੁਸੀਂ। ਕੁਛ ਵੀ ਨਾ ਪਤਾ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ। ਟੈਕ ਗੁਰੂ ਨਾਂ ਦਾ ਆਪਣਾ ਚੈਨਲ ਬਣਿਆ ਹੋਇਆ, ਟੈਕਨੀਕਲ ਇਨਫੋਰਮੇਸ਼ਨ ਆਪਾਂ ਉੱਥੇ ਪਾਉਂਦੇ ਰਹਿੰਦੇ ਹਾਂ। ਕਈਆਂ ਨੇ ਕਮੈਂਟ ਕੀਤੇ ਸੀਗੇ ਜਾਂ ਮੈਸੇਜ ਆਈ ਸੀ ਮੇਰੇ ਕੋਲ, ਸਾਡੇ ਕੋਲ ਵੀ ਜਿਹੜੇ ਆਪਾਂ ਅਪਲਾਈ ਕਰਨਾ ਔਨਲਾਈਨ ਜੀ ਪਟਵਾਰੀ ਦੀ ਪੋਸਟ ਦੇ ਲਈ, ਉਹਦੇ ਉੱਪਰ ਫੋਟੋ ਦੇ ਉੱਪਰ ਨੀਚੇ ਸਾਈਨ ਸਿਗਨੇਚਰ ਕਿਵੇਂ ਕਰਨੇ ਜੀ, ਡੇਟ ਕਿਵੇਂ ਪਾਉਣੀ, ਉਹ ਸਾਰਾ ਕੁਝ ਆਪਾਂ ਇਹੋ ਜਿਹਾ ਕੁਛ ਵੀਡੀਓ ਹੈ ਜਿਹੜਾ ਟੈਕ ਗੁਰੂ ਨਾਂ ਦਾ ਚੈਨਲ, ਉਹ 'ਤੇ ਆਪਾਂ ਪਾਉਂਦੇ ਹਾਂ। ਕਮੈਂਟ ਜ਼ਰੂਰ ਕਰ ਦਿਓ ਕਰੋ, ਅਗਰ ਕੁਛ ਨਹੀਂ ਪਤਾ ਤਾਂ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਕੈਂਡੀਡੇਟਸ ਵਿਲ ਬੀ ਟੈਸਟਡ ਐਜ਼ ਸਟੇਟਡ ਬੈਲੋ। ਅੱਗੇ ਗੱਲ ਕਰ ਲੈਂਦੇ ਹਾਂ ਆਪਾਂ ਵੀ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਕਿਵੇਂ ਰੈਲੀ ਦੇ ਵਿੱਚ ਜਾਣਾ ਪਊਗਾ, ਕੀ ਕੁਛ ਕਰਨਾ ਪਊਗਾ। 1.6 ਕਿਲੋਮੀਟਰ ਜਿਹੜੀ ਰੈਲੀ ਹੈ ਜੀ ਉਹਨੂੰ ਰਨ ਕਰਨਾ ਪਊਗਾ, ਭੱਜਣਾ ਪਊਗਾ। ਅਤੇ ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਆਪਾਂ ਗਰੁੱਪ ਦੀ। ਮਾਰਕਸ, ਪੁੱਲਅਪਸ ਮਾਰਕਸ ਇਹ ਦੇਖ ਲੈਂਦੇ ਜੀ। ਜਿਹੜਾ ਗਰੁੱਪ ਏ ਹੈ ਅਪ ਟਿਲ 5 ਮਿੰਟ 30 ਸੈਕਿੰਡ ਤੱਕ ਹੈ ਜਿਹੜੇ ਕਰੂਗਾ 60% ਉਹਦੇ ਮਾਰਕਸ ਨੇ। ਪੁੱਲਅਪਸ ਦੇ ਨੇਗੇ 10, ਅਤੇ ਬੀਮ ਪੁੱਲਅਪਸ ਹੈ ਜਿਹੜੇ ਉਹ ਮਾਰਕਸ ਉਹਨਾਂ ਦੇ 10 ਅਤੇ 40 ਵੰਡੇ ਹੋਏ ਹੈ। 9 ਫੁੱਟ ਡਿਚ ਹੈ ਜਿਹੜੀ ਨੀਡ ਟੂ ਕੁਆਲੀਫਾਈ ਹੈ, ਅਤੇ ਜਿਗ ਜੈਗ ਬੈਲੈਂਸ ਹੈ ਜਿਹੜਾ ਨੀਡ ਟੂ ਕੁਆਲੀਫਾਈ ਹੈ। ਗਰੁੱਪ 2 ਦੀ ਗੱਲ ਕਰ ਲੈਂਦੇ ਹਾਂ। 5 ਮੀਟਰ 31 ਤੱਕ ਹੈ ਜੀ ਸੈਕਿੰਡ ਤੋਂ ਲੈ ਕੇ 5 ਮਿੰਟ 45 ਸੈਕਿੰਡ ਤੱਕ ਉਹਦਾ ਹੋਣਾ ਚਾਹੀਦਾ। ਇਹਦੇ ਮਾਰਕਸ 48 ਨੇ ਜੀ ਪੁੱਲਅਪਸ, ਅਤੇ ਮਾਰਕਸ ਹੈ ਜਿਹੜੇ 9 ਅਤੇ 33 ਹੈ। ਬੀਮ ਪੁੱਲਅਪਸ ਜੋੜ ਕੇ ਤੁਸੀਂ ਦੇਖ ਸਕਦੇ ਹੋ 8, 27, 7, 21, 6, 16 ਹੈ ਜੀ। ਡਿਚ ਨੀਡ ਟੂ ਕੁਆਲੀਫਾਈ। ਰਿਮਾਰਕਸ 'ਚ ਕੀ ਹੈ, ਪ੍ਰੋਵੀਜ਼ਨ ਫੋਰ ਐਕਸਟਰਾ ਟਾਈਮ ਫੋਰ 1.6 ਕਿਲੋਮੀਟਰ ਰਨ ਇਨ ਹਿੱਲੀ ਟੈਰੀਅਨ ਇਜ਼ ਐਜ਼ ਫੋਲੋਜ਼। ਬਿਟਵੀਨ 5000 ਫੀਟ ਤੋਂ 9000 ਫੀਟ ਐਡ 30 ਸੈਕਿੰਡਸ ਟੂ ਆਲ ਟਾਈਮਿੰਗਸ। ਅਗਰ 5000 ਫੀਟ ਤੋਂ ਲੈ ਕੇ 9000 ਫੀਟ ਤੱਕ ਦਾ ਡਿਸਟੈਂਸ ਹੈ ਤਾਂ 30 ਸੈਕਿੰਡਸ ਤੁਸੀਂ ਸਾਰੀਆਂ ਟਾਈਮਿੰਗ 'ਚ ਐਡ ਕਰ ਸਕਦੇ ਹੋ। ਬਿਟਵੀਨ 9000 ਫੁੱਟ ਤੋਂ 13000 ਫੁੱਟ ਐਡ 120 ਸੈਕਿੰਡਸ। 9000 ਤੋਂ 13000 ਦੇ ਫੁੱਟ ਦੇ ਵਿੱਚ ਆਪਾਂ ਕੀ ਕਰ ਸਕਦੇ, 120 ਸੈਕਿੰਡਸ ਦੀ ਟਾਈਮਿੰਗਸ ਕਰ ਸਕਦੇ। ਫਿਜ਼ੀਕਲ ਮੈਜ਼ਰਮੈਂਟ ਦੀ ਗੱਲ ਕਰ ਲੈਂਦੇ ਜੀ ਐਟ ਰੈਲੀ ਸਾਈਟ। ਫਿਜ਼ੀਕਲ ਮੈਜ਼ਰਮੈਂਟਸ ਨੇ ਜਿਹੜੀਆਂ ਉਹ ਰੈਲੀ ਸਾਈਟ 'ਤੇ ਜਿਹੜੀਆਂ ਨੇ ਉਹ ਡਿਸਾਈਡਡ ਕੀਤੀਆਂ ਜਾਣਗੀਆਂ ਪੈਰਾ 2 ਦੇ ਅਕੋਰਡਿੰਗ। ਮੈਡੀਕਲ ਟੈਸਟ ਦੀ ਗੱਲ ਕਰ ਲੈਂਦੇ ਜੀ। ਮੈਡੀਕਲ ਟੈਸਟ ਹੈ ਜਿਹੜਾ ਲਿਆ ਜਾਏਗਾ ਅਨਫਿਟ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਏਗਾ। ਠੀਕ ਹੈ ਜੀ। ਇਹਨਾਂ ਨੇ ਕਿਹਾ ਕੈਂਡੀਡੇਟ ਪ੍ਰੈਫਰਡ ਫੋਰ ਸਪੈਸ਼ਲਿਸਟ ਰਿਵਿਊ ਸ਼ੁੱਡ ਪ੍ਰੈਜੈਂਟ themselves to nominate MH CH BH on 5 ਦੇ, ਇਹ ਸਾਰਾ ਕੁਛ ਇਹਨਾਂ ਨੇ ਲਿਆ ਹੋਇਆ ਜੀ। ਅੱਗੇ ਰਿਟਨ ਟੈਸਟ ਹੈ ਜਿਹੜਾ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ ਦੀ ਗੱਲ ਕਰ ਲੈਂਦੇ ਹਾਂ। ਰਿਟਨ ਟੈਸਟ ਹੈ ਜਿਹੜਾ, ਰਿਟਨ ਟੈਸਟ ਦੇਖ ਲੈਂਦੇ ਹਾਂ ਜੀ ਆਪਾਂ ਕੀ ਕੁਛ ਕਿਹਾ ਹੋਇਆ ਰਿਟਨ ਟੈਸਟ ਦੇ ਵਿੱਚ। ਵਿਲ ਬੀ ਕੰਡਕਟਡ ਫੋਰ ਮੈਡੀਕਲੀ ਫਿਟ ਕੈਂਡੀਡੇਟਸ ਐਟ ਨੋਮੀਨੇਟਡ ਵੈਲਿਊ। ਜਿਹੜੇ ਕੈਂਡੀਡੇਟਸ ਫਿਜ਼ੀਕਲੀ ਮੈਡੀਕਲੀ ਫਿਟ ਹੋਣਗੇ ਉਹਨਾਂ ਦੇ ਲਈ ਇਹ ਵਾਲਾ ਜਿਹੜਾ ਟੈਸਟ ਹੈ ਉਹ ਰੱਖਿਆ ਜਾਏਗਾ। ਲੋਕੇਸ਼ਨ ਡੇਟ ਟਾਈਮ ਹੈ ਟੈਸਟ ਦਾ ਜਿਹੜਾ ਉਹ ਰੈਲੀ ਸਾਈਟ 'ਤੇ ਹੀ ਦੱਸਿਆ ਜਾਏਗਾ, ਮਤਲਬ ਕਿ ਜਿਹੜਾ ਇਹਨਾਂ ਦਾ ਕੈਂਪ ਹੈ ਉਹ ਕੈਂਪ 'ਤੇ ਹੀ ਦੱਸਿਆ ਜਾਏਗਾ। ਸਾਡੇ ਜਿਹੜੇ ਕੈਂਡੀਡੇਟ ਨੇਗੇ ਐਡਮਿਟ ਕਾਰਡ ਉਹਨਾਂ ਦੇ ਲਈ ਹੈ ਜਿਹੜਾ ਐਕਸੈਪਟ ਰਿਲੈਕਸੇਸ਼ਨ ਕੈਂਡੀਡੇਟਸ ਵਿਲ ਬੀ ਇਸ਼ੂਡ ਐਟ ਰੈਲੀ ਸਾਈਟ ਇਟਸੈਲਫ। ਉੱਥੇ ਐਡਮਿਟ ਕਾਰਡ ਹੈ ਜਿਹੜਾ ਇਸ਼ੂ ਕੀਤਾ ਜਾ ਸਕਦਾ ਜੀ। ਐਡਮਿਟ ਕਾਰਡ ਹੈ ਜਿਹੜਾ ਰਿਲੈਕਸੇਸ਼ਨ ਕੈਂਡੀਡੇਟ ਦੇ ਲਈ ਹੈ ਉਹ ਵੈਰੀਫਿਕੇਸ਼ਨ ਤੋਂ ਬਾਅਦ ਜਨਰੇਟ ਕੀਤਾ ਜਾਏਗਾ ਜਾਂ ਦਿੱਤਾ ਜਾਏਗਾ।
ਐਡਮਿਟ ਕਾਰਡ ਹੈ ਜਿਹੜਾ ਫਿਟ ਰਿਵਿਊ ਫਿਟ ਕੇਸਿਸ ਨੇ ਜਿਹੜੇ ਇਸ਼ੂ ਆਫਟਰ ਗੈਟਿੰਗ ਮੈਡੀਕਲੀ ਫਿਟ ਕੰਸਰਨ ਸਪੈਸ਼ਲਿਸਟ ਨਾਲ ਕੰਸਰਨ ਕਰਨ ਤੋਂ ਬਾਅਦ ਹੀ ਐਡਮਿਟ ਕਾਰਡ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ। ਕੋਵਿਡ-19 ਦੀ ਇਹਨਾਂ ਨੇ ਕਿਹਾ ਹੋਇਆ ਵੀ ਪਰਹੇਜ਼ ਰੱਖਣਾ ਤੁਸੀਂ, ਉਹ ਮੇਨ ਗੱਲਾਂ ਨੇ ਜਿਹੜੀਆਂ ਆਪਾਂ ਦੇਖ ਲਾਂਗੇ। ਜਿਹੜੇ ਆਲ ਕੈਂਡੀਡੇਟਸ ਨੇਗੇ ਉਹ ਆਪਦੇ ਜਿਹੜੇ ਮਾਸਕਸ ਦੇ ਨੇਗੇ ਗਲਵਜ਼ ਨੇ ਨਾਲ ਲੈ ਕੇ ਆਉਣਗੇ, ਠੀਕ ਹੈ। ਵੈਲ ਇਕਵਿਪਮੈਂਟ ਹੈ, ਪ੍ਰੋਟੈਕਟਡ ਸਟਾਫ ਹੈ ਜਿਹੜਾ ਸਾਰਾ ਹੋਣਾ ਚਾਹੀਦਾ। ਡੂ ਨੋਟਸ ਵਾਈਲ ਇਨ ਦਾ ਰਿਕਰੂਟਮੈਂਟ ਸੈਲੀ ਦੇ ਵਿੱਚ ਤੁਸੀਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਇਹਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਚਾਨਣਾ ਪਾ ਦਈਏ, ਠੀਕ ਹੈ ਜੀ। ਇੱਕ ਤਾਂ ਮਾਸਕ ਉਹਨਾਂ ਨੇ ਕਿਹਾ ਵੀ ਸਾਰੀਆਂ ਜਗ੍ਹਾ 'ਤੇ ਜਿਹੜੇ ਮਾਸਕ ਨੇ ਉਹ ਪਾ ਕੇ ਰੱਖਣੇ ਹੈ, ਠੀਕ ਹੈ ਜੀ। ਅਤੇ ਦੂਸਰਾ ਰੈਗੂਲਰਲੀ ਐਂਡ ਥਰੋਲੀ ਕਲੀਨ ਯੂਰ ਹੈਂਡਸ, ਆਪਣੇ ਜਿਹੜੇ ਹੱਥ ਨੇ ਉਹਨਾਂ ਨੂੰ ਵਾਰ-ਵਾਰ ਧੋਂਦੇ ਰਹਿਣਾ ਸਾਬਣ ਅਤੇ ਪਾਣੀ ਨਾਲ। ਤੀਜਾ ਜਿਹੜਾ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਹੈ ਜੀ। ਚੌਥਾ ਮੇਨਟੇਨ ਰੈਸੀਪੈਰੇਟਰੀ ਹਾਈਜੀਨ ਦਾ ਵੀ ਸਾਫ਼ ਤੌਰ 'ਤੇ ਖਿਆਲ ਰੱਖਣਾ ਤੁਸੀਂ। ਖੰਘਦੇ ਸਮੇਂ ਜਾਂ ਸਨੀਜ਼ ਛਿੱਕ ਕਰਦੇ ਸਮੇਂ ਤੁਹਾਡੇ ਹੱਥ 'ਚ ਰੁਮਾਲ ਜਾਂ ਟਿਸ਼ੂ ਪੇਪਰ ਹੋਣਾ ਚਾਹੀਦਾ। ਇਨਫੋਰਮ ਐਂਡ ਸੀਕ ਇਮੀਡੀਏਟਲੀ ਮੈਡੀਕਲ ਅਟੈਂਸ਼ਨ ਇਨ ਕੇਸ ਆਫ ਫੀਵਰ, ਕਫ ਐਂਡ ਡਿਫੀਕਲਟੀ ਇਨ ਬ੍ਰੈਥਿੰਗ। ਅਗਰ ਤੁਹਾਨੂੰ ਕੋਈ ਉਹ ਆਪਾਂ ਨੂੰ ਪਤਾ ਹੀ ਹੈ ਡਿਫੀਕਲਟੀ ਆਉਂਦੀ ਹੈ ਤਾਂ ਇਨਫੋਰਮ ਕਰਨਾ ਜੀ। ਮਾਸਕ ਅਤੇ ਸੈਨੀਟਾਈਜ਼ਰ ਤੁਹਾਡੇ ਕੋਲ ਹੋਣਾ ਚਾਹੀਦਾ। ਸਾਰਾ ਕੁਛ ਹੈ ਜਿਹੜਾ ਤੁਸੀਂ ਆਪਣਾ ਸਪੋਰਟਿਵ ਰਹਿਣਾ, ਬੀ ਕੇਅਰਫੁਲ ਰਹਿਣਾ, ਸਾਵਧਾਨ ਰਹਿਣਾ ਅਤੇ ਕੋਈ ਵੀ ਜਿਹੜੀ ਇਹੋ ਜਿਹੀ ਚੀਜ਼ ਹੈ ਉਹ ਨਹੀਂ ਵਰਤਣੀ। ਕੈਂਡੀਡੇਟਸ ਆਰ ਰਿਕੁਆਇਰਡ ਟੂ ਬਰਿੰਗ ਫੋਲੋਇੰਗ ਸਰਟੀਫਿਕੇਟਸ ਇਨ ਓਰੀਜਨਲ ਵਿਦ 2 ਅਟੈਸਟਡ ਫੋਟੋ ਕਾਪੀਜ਼ ਵਿਦ ਦੈਮ ਇਨ ਦਾ ਰੈਲੀ ਸਾਈਟ। ਹਾਂਜੀ, ਇਹ ਯਾਦ ਜ਼ਰੂਰ ਰੱਖਿਓ, ਓਰੀਜਨਲ ਡਾਕੂਮੈਂਟਸ ਆਪਦੇ ਇਹਨਾਂ ਨੇ ਕਿਹਾ ਤਾਂ ਹੈ ਨਹੀਂ, ਵੈਸੇ ਇਹਨਾਂ ਨੇ ਕਿਹਾ ਹਾਂਜੀ। ਫੋਲੋਇੰਗ ਡਾਕੂਮੈਂਟ ਸਰਟੀਫਿਕੇਟ ਓਰੀਜਨਲ ਵੀ ਲੈ ਕੇ ਆਉਣੇ ਆ, ਨਾਲ 2 ਅਟੈਸਟਡ ਫੋਟੋ ਕਾਪੀਜ਼ ਵੀ ਲੈ ਕੇ ਆਉਣੀਆਂ ਨੇ ਆਪਦੇ ਇਹ ਡਾਕੂਮੈਂਟਸ ਦੀਆਂ, ਠੀਕ ਹੈ ਜੀ। ਅੱਗੇ ਗੱਲ ਕਰ ਲੈਂਦੇ ਐਡਮਿਟ ਕਾਰਡ, ਇਹਨਾਂ ਨੇ ਕਿਹਾ ਪ੍ਰਿੰਟਡ ਵਿਦ ਲੇਜ਼ਰ ਪ੍ਰਿੰਟਰ ਕੁਆਲਿਟੀ, ਇਹ ਤਾਂ ਪਤਾ ਹੀ ਹੈ ਸਾਰੇ ਜਿਵੇਂ ਕੱਢਦੇ। ਫੋਟੋਗ੍ਰਾਫ 20 ਕਾਪੀਜ਼ ਆਫ ਅਨਅਟੈਸਟਡ ਪਾਸਪੋਰਟ ਸਾਈਜ਼ ਕਲਰ ਫੋਟੋਗ੍ਰਾਫ ਡਿਵੈਲਪਡ ਔਨ ਗੁੱਡ ਕੁਆਲਿਟੀ ਫੋਟੋਗ੍ਰਾਫ ਪੇਪਰ ਵਾਈਟ ਬੈਕਗਰਾਊਂਡ ਨੋਟ ਮੋਰ ਦੈਨ 3 months ਓਲਡ ਕੰਪਿਊਟਰ ਪ੍ਰਿੰਟਰ ਫੋਟੋਸ਼ੋਪਡ ਫੋਟੋਗ੍ਰਾਫਸ ਨੋਟ ਬੀ ਅਸੈਪਟਡ, ਠੀਕ ਹੈ ਜੀ। ਆਪਦੀਆਂ ਜਿਹੜੀਆਂ 20 ਕਾਪੀਜ਼ ਨੇਗੀਆਂ, 20 ਫੋਟੋਜ਼ ਨੇਗੀਆਂ, ਉਹ ਤੁਸੀਂ ਲੈ ਕੇ ਆਉਣੀਆਂ ਨੇਗੀਆਂ ਅਤੇ ਸਾਫ਼ ਬੈਕਗਰਾਊਂਡ ਹੋਣਾ ਚਾਹੀਦਾ ਅਤੇ 3 ਮਹੀਨਿਆਂ ਤੋਂ ਪੁਰਾਣੀ ਜਿਹੜੀ ਤੁਹਾਡੀ ਫੋਟੋ ਨਹੀਂ ਹੋਣੀ ਚਾਹੀਦੀ। ਇਹਨਾਂ ਨੇ ਖਾਸ ਧਿਆਨ ਰੱਖਿਓ ਇਸ ਚੀਜ਼ ਦਾ ਕਿਹਾ ਹੈ ਇਹਨਾਂ ਨੇ। ਸਿੱਖ ਕੈਂਡੀਡੇਟ ਸ਼ੁੱਡ ਬਰਿੰਗ 20 ਕਾਪੀਜ਼ ਵਿਦ ਟਰਬਨ ਐਂਡ 20 ਕਾਪੀਜ਼ ਵਿਦਆਊਟ ਟਰਬਨ ਫੋਟੋਗ੍ਰਾਫਸ। ਜਿਹੜੇ ਸਿੱਖ ਕੈਂਡੀਡੇਟਸ ਨੇਗੇ ਜਿਹੜੇ ਪੱਗ ਬੰਨ੍ਹਦੇ ਆ ਜੀ, ਉਹਨਾਂ ਨੇ 20 ਜਿਹੜੀਆਂ ਕਾਪੀਜ਼ ਹੈਗੀਆਂ ਉਹ ਤਾਂ ਲੈ ਕੇ ਆਉਣੀਆਂ ਨੇ ਆਪਦੀਆਂ ਪੱਗ ਦੇ ਨਾਲ, ਅਤੇ 20 ਲੈ ਕੇ ਆਉਣੀਆਂ ਬਿਨਾਂ ਪੱਗ ਤੋਂ। ਯਾਦ ਰੱਖ ਲਿਓ, ਧਿਆਨ ਕਰ ਲਿਓ, ਕੋਈ ਗਲਤੀ ਨਾ ਕਰਿਓ, ਠੀਕ ਹੈ ਜੀ। ਇਸ ਲਈ ਇਹ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ, ਮੁੜ ਕੇ ਫਿਰ ਬੰਦਾ ਪਜ਼ਲ ਹੁੰਦਾ ਰਹਿੰਦਾ। ਆਪਦੀ ਤਿਆਰੀ ਪਹਿਲਾਂ ਕਰਕੇ ਹੀ ਚੱਲਿਓ। ਐਜੂਕੇਸ਼ਨ ਸਰਟੀਫਿਕੇਟ ਦੀ ਗੱਲ ਕਰ ਲੈਂਦੇ। ਐਜੂਕੇਸ਼ਨ ਸਰਟੀਫਿਕੇਟ ਨੇਗੇ ਮਾਰਕਸ ਇਨ ਓਰੀਜਨਲ ਆਫ ਆਲ ਐਜੂਕੇਸ਼ਨ ਕੁਆਲੀਫਿਕੇਸ਼ਨ ਅਚੀਵਡ ਬਾਈ ਦਾ ਕੈਂਡੀਡੇਟ ਫਰੋਮ ਰਿਕੋਗਨਾਈਜ਼ ਜਾਂ ਸਕੂਲ ਬੋਰਡ ਯੂਨੀਵਰਸਿਟੀ। ਪ੍ਰੋਵੀਜ਼ਨਲ ਔਨਲਾਈਨ ਸਰਟੀਫਿਕੇਟ ਇੰਕ ਸਾਈਨਡ ਬਾਏ ਦਾ ਹੈੱਡ ਆਫ ਦਾ ਐਜੂਕੇਸ਼ਨ ਕੰਸਰਨਡ ਬੋਰਡ, ਇਹ ਤਾਂ ਆਪਣੇ ਹੁੰਦੇ ਹੀ ਨੇ ਸਾਰੇ ਸਾਈਨ। ਕੈਂਡੀਡੇਟਸ ਵਿਦ ਮੈਟ੍ਰਿਕ ਸਰਟੀਫਿਕੇਟ ਫਰੋਮ ਓਪਨ ਸਕੂਲ ਸ਼ੁੱਡ ਬਰਿੰਗ ਸਕੂਲ ਲਿਵਿੰਗ ਸਰਟੀਫਿਕੇਟ ਕਾਊਂਟਰ ਸਾਈਨ ਬਾਏ BEO ਜਾਂ DEO। ਜਿਹੜੇ ਕੈਂਡੀਡੇਟਸ ਨੇ 10ਵੀਂ ਪੱਧਰ ਤੱਕ ਦੀ ਕੀਤੀ ਹੈ, ਉਹ ਓਪਨ ਸਕੂਲ ਤੋਂ ਕੀਤੀ ਹੈ, ਤਾਂ ਉਹਨਾਂ ਨੇ ਕੀ ਕਿਹਾ ਵੀ ਸਕੂਲ ਲਿਵਿੰਗ ਸਰਟੀਫਿਕੇਟ ਲੈ ਕੇ ਆਉਣਾ ਹੈਗਾ DEO ਤੋਂ, ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਤੋਂ। ਡੋਮੀਸਾਈਲ ਸਰਟੀਫਿਕੇਟ ਲੈ ਕੇ ਆਉਣਾ ਜੀ, ਆਪਦਾ ਰੈਜ਼ੀਡੈਂਸ ਦਾ ਸਰਟੀਫਿਕੇਟ ਲੈ ਕੇ ਆਉਣਾ ਤੁਸੀਂ। ਫੋਟੋਗ੍ਰਾਫੀ ਸ਼ੁੱਡ ਬਾਏ ਤਹਿਸੀਲਦਾਰ, ਮਤਲਬ ਕਿ ਜਿਹੜਾ ਸਰਟੀਫਿਕੇਟ ਉੱਤੇ ਫੋਟੋ ਹੋਊਗੀ ਨਾ, ਮੰਨ ਲਓ ਤੁਸੀਂ ਸੇਵਾ ਕੇਂਦਰਾਂ ਦੇ ਵਿੱਚ ਆਪਾਂ ਅਪਲਾਈ ਕਰਦੇ ਹਾਂ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਫੋਟੋ ਵਾਲਾ ਹੀ ਹੁੰਦਾ, ਬਸ ਉਹ ਤੁਸੀਂ ਲੈ ਕੇ ਆਉਣਾ ਹੈਗਾ। ਗੌਰਮੈਂਟ ਵੈਬਸਾਈਟ ਵਿਲ ਬੀ ਅਸੈਪਟੇਬਲ, ਮਤਲਬ ਕਿ ਉਹ ਹਾਲੋਗ੍ਰਾਮ ਜਿਹਾ ਲੱਗਿਆ ਹੁੰਦਾ ਉਹਦੇ ਚਮਕੀਲਾ ਜਿਹਾ, ਉਹ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਬਣਾਉਂਦੇ ਨੇ ਜੀ ਹੁਣ। ਕਾਸਟ ਸਰਟੀਫਿਕੇਟ ਵੀ ਉਹੀ ਬਣਾਉਂਦੇ ਨੇ ਜੀ ਜਿਹੜੇ ਹੋਲੋਗ੍ਰਾਮ ਵਾਲਾ ਚਮਕੀਲਾ ਜਿਹਾ ਉਹਤੇ ਸਟਿੱਕਰ ਲੱਗਿਆ ਹੁੰਦਾ, ਠੀਕ ਹੈ ਜੀ। ਉਹ ਅਪਲਾਈ ਕਰ ਦਿਓ, ਅਗਰ ਨਹੀਂ ਹੈਗਾ ਤਾਂ, ਅਗਰ ਹੈਗਾ ਤਾਂ ਉਹ ਨਾਲ ਲੈ ਕੇ ਜਾਣਾ ਤੁਸੀਂ। ਰਿਲੀਜਨ ਸਰਟੀਫਿਕੇਟ, ਮਤਲਬ ਕਿ ਜਿਹੜਾ ਤੁਸੀਂ ਕਿਸੇ ਕਮਿਊਨਿਟੀ ਨਾਲ ਬਿਲੋਂਗ ਕਰਦੇ ਹੋ, ਸਿੱਖ ਹਿੰਦੂ ਮੁਸਲਿਮ ਕ੍ਰਿਸਚਨ ਜੋ ਵੀ ਹੈ, ਉਹ ਤੁਸੀਂ ਓਰੀਜਨਲ ਸਰਟੀਫਿਕੇਟ ਹੈ ਜਿਹੜਾ ਤੁਸੀਂ ਉਹ ਤਹਿਸੀਲਦਾਰ SDM ਕਿਸੇ ਤੋਂ ਵੀ ਬਣਵਾ ਸਕਦੇ ਹੋ।
ਕਰੈਕਟਰ ਸਰਟੀਫਿਕੇਟ ਵੀ ਲੈ ਕੇ ਆਉਣਾ ਜੀ, ਜਿੱਥੇ ਤੁਸੀਂ ਪੜ੍ਹਦੇ ਰਹੇ ਹੋ ਜਾਂ ਪੜ੍ਹ ਰਹੇ ਹੋ। ਤੇ ਇੱਕ ਸਕੂਲ ਕਰੈਕਟਰ ਸਰਟੀਫਿਕੇਟ ਹੋ ਗਿਆ, ਇੱਕ ਕਰੈਕਟਰ ਸਰਟੀਫਿਕੇਟ ਹੋ ਗਿਆ ਜੀ। ਕਰੈਕਟਰ ਸਰਟੀਫਿਕੇਟ ਹੈ ਜਿਹੜਾ ਪਿੰਡ ਦੇ ਸਰਪੰਚ ਤੋਂ ਜਾਂ ਐਮਸੀ ਤੋਂ ਹੋਣਾ ਚਾਹੀਦਾ, ਘੱਟੋ ਘੱਟ ਪਿਛਲੇ 6 ਮਹੀਨਿਆਂ ਦਾ। ਅਨਮੈਰਿਡ ਸਰਟੀਫਿਕੇਟ, ਅਗਰ ਤੁਸੀਂ ਮੈਰਿਡ ਨਹੀਂ ਹੋ ਤਾਂ ਅਨਮੈਰਿਡ ਸਰਟੀਫਿਕੇਟ ਵੀ ਬਣਾ ਕੇ ਲੈ ਕੇ ਆਉਣਾ, ਲੈਸ ਦੈਨ 21 ਈਅਰ ਆਫ ਏਜ ਵਿਦ ਫੋਟੋਗ੍ਰਾਫਸ ਬਾਏ ਵਿਲੇਜ ਜਾਂ ਸਰਪੰਚ ਦੁਆਰਾ। ਇਹ ਵੀ ਲਾਸਟ 6 ਮਹੀਨਿਆਂ ਤੱਕ ਦੀ ਪੁਰਾਣੀ ਨਹੀਂ ਹੁੰਦੀ। ਅਨਮੈਰਿਡ ਹੀ ਸਰਟੀਫਿਕੇਟ ਹੈ ਜਿਹੜਾ ਤੁਸੀਂ ਆਪਣਾ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੋ। ਕੁਛ ਨਹੀਂ ਪਤਾ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ, ਹੋਰ ਜਾਣਕਾਰੀ ਵੀ ਦੇ ਦਿਆਂਗੇ ਇਹਦੇ 'ਤੇ। ਨੋ ਕਲੇਮ ਸਰਟੀਫਿਕੇਟ ਹੈ ਜਿਹੜਾ ਵਿਦ ਫੋਟੋਗ੍ਰਾਫ ਸਾਈਨਡ ਬਾਈ ਸੈਲਫ ਅਟੈਸਟਡ ਫਾਦਰ ਮਦਰ ਗਾਰਡੀਅਨ ਕਾਊਂਟਰ ਸਾਈਨਡ ਬਾਈ ਵਿਲੇਜ ਸਰਪੰਚ। ਮਤਲਬ ਕਿ ਨੋ ਕਲੇਮ ਸਰਟੀਫਿਕੇਟ ਹੈ, ਤੁਸੀਂ ਉਹ ਵੀ ਬਣਾਉਣਾ ਜਿਹਨੂੰ ਕਾਊਂਟਰ ਸਾਈਨ ਜਾਂ ਤਾਂ ਪਿੰਡ ਦਾ ਸਰਪੰਚ ਕਰੂਗਾ, ਜਾਂ ਵਾਰਡ ਦਾ ਐਮਸੀ ਕਰੂਗਾ, ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਕੋਈ ਕਰੂਗਾ ਪਿਛਲੇ 6 ਮਹੀਨਿਆਂ ਦਾ। ਕੈਂਡੀਡੇਟ ਵਿਲ ਬੀ ਅਪੀਅਰਿੰਗ ਇਨ ਰੈਲੀ ਔਨ ਵਿਲ ਐਟ ਰਿਸਕ ਐਂਡ ਨੋ ਕਲੇਮ ਫੋਰ ਐਨੀ ਲੋਸ ਇੰਜਰੀ ਔਰ। ਮਤਲਬ ਕਿ ਤੁਸੀਂ ਰੈਲੀ ਦੇ ਵਿੱਚ ਤੁਹਾਡੇ ਨਾਲ ਕੁਝ ਵੀ ਹੁੰਦਾ ਤਾਂ ਤੁਸੀਂ ਕਲੇਮ ਨਹੀਂ ਕਰ ਸਕਦੇ। ਵਿਲ ਬੀ ਐਂਟਰਟੇਨਡ, ਕੋਈ ਕਲੇਮ ਹੈ ਜਿਹੜਾ ਉਹ ਸਵੀਕਾਰ ਨਹੀਂ ਕੀਤਾ। ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਗੱਲ ਕਰ ਲੈਂਦੇ ਜੀ। ਰਿਲੇਸ਼ਨਸ਼ਿਪ ਸਰਟੀਫਿਕੇਟ ਹੈ ਜਿਹੜਾ ਉਹ ਵੀ ਤੁਸੀਂ ਲੈ ਕੇ ਆਉਣਾ ਹੈਗਾ। NCC ਸਰਟੀਫਿਕੇਟ ਹੈ ਜਿਹੜਾ ਉਹ ਵੀ ਤੁਸੀਂ ਲਿਆਉਣਾ ਹੈਗਾ। ਸਪੋਰਟਸ ਸਰਟੀਫਿਕੇਟ ਹੈ ਜਿਹੜਾ ਜਿਹੜੇ ਸਪੋਰਟਸ ਕੈਟੇਗਰੀ 'ਚ ਅਪਲਾਈ ਕਰਨਗੇ ਉਹਨਾਂ ਨੇ ਵੀ ਆਪਣੇ ਜਿਹੜਾ ਸਪੋਰਟਸ ਸਰਟੀਫਿਕੇਟ ਹੈ ਉਹ ਲੈ ਕੇ ਆਉਣਾ ਹੈਗਾ। ਇਹ ਮਾਰਕਸ ਸਾਰੇ ਦਿੱਤੇ ਹੋਏ ਨੇ ਜੀ। ਰੀਪ੍ਰੈਜ਼ੈਂਟ ਇੰਡੀਆ ਐਟ ਦਾ ਇੰਟਰਨੈਸ਼ਨਲ ਲੈਵਲ 20। ਇਹ ਸਾਰੀਆਂ ਚੀਜ਼ਾਂ ਦਿੱਤੀਆਂ, ਇੱਕ ਵਾਰੀ ਚਾਰਟ ਤੁਸੀਂ ਪੜ੍ਹ ਲਿਓ, ਸਮਝ ਆ ਜਾਏਗਾ ਤੁਹਾਨੂੰ। ਆ ਸਾਰੀਆਂ ਗੱਲਾਂ ਇਹਨਾਂ ਨੇ ਇਹਦੇ ਵਿੱਚ ਮਾਰਕਸ ਦਿੱਤੇ ਹੋਏ ਹੈ ਵੀ ਕਿਹੜੇ ਦੇ ਕਿੰਨੇ ਮਾਰਕਸ ਨੇਗੇ। ਐਫੀਡੈਵਿਟ ਹੈ ਜਿਹੜਾ ਡੂਲੀ ਸਾਈਨ ਸਰਟੀਫਿਕੇਟ ਬਾਈ 10 ਨੋਨ ਜੁਡੀਸ਼ੀਅਲ ਸਟੈਂਪ ਪੇਪਰ ਐਜ਼ ਸਪੈਸੀਮੈਨ ਡਿਊਲੀ ਅਟੈਸਟਡ ਬਾਈ ਨੋਟਰੀ। ਮਤਲਬ ਕਿ ਜਿਹੜਾ ਐਫੀਡੈਵਿਟ ਹੈ 10 ਰੁਪਏ ਦੀ ਜਿਹੜੀ ਰਸੀਦ ਹੈਗੀ, ਮਤਲਬ ਕਿ ਆਪਣਾ ਨੋਨ ਜੁਡੀਸ਼ੀਅਲ ਸਟੈਂਪ ਪੇਪਰ ਹੈ ਜਿਹੜਾ ਉਸ ਦੀ ਤੁਸੀਂ ਆਪਦੀ ਜਿਹੜੀ ਇਹ ਸਾਈਨ ਕਰਵਾਉਣੇ ਨੇ। ਸਬਮਿਟ ਬਾਈ ਆਲ ਕੈਂਡੀਡੇਟ ਫਾਰਮੈਟ ਐਫੀਡੈਵਿਟ ਅਟੈਚ ਇਨ ਅਪੈਂਡਿਕਸ ਡੀ। ਉਹ ਅੱਗੇ ਆਪਾਂ ਦੇਖ ਲਾਂਗੇ ਕਿਹੜਾ ਐਫੀਡੈਵਿਟ ਦੀ ਗੱਲ ਕਰਦੇ ਆ। ਅੱਗੇ ਦੇਖਦੇ ਹਾਂ ਜੀ। ਸਿੰਗਲ ਬੈਂਕ ਅਕਾਊਂਟ ਪੈਨ ਕਾਰਡ ਆਧਾਰ ਕਾਰਡ। ਮਤਲਬ ਕਿ ਤੁਹਾਡਾ ਜਿਹੜਾ ਸਿੰਗਲ ਅਕਾਊਂਟ ਹੈ ਜਾਂ ਪੈਨ ਕਾਰਡ ਹੈ ਅਤੇ ਆਧਾਰ ਕਾਰਡ ਹੈ ਉਹ ਮੈਂਡੇਟਰੀ ਹੈ ਸਾਰੇ ਡਾਕੂਮੈਂਟਸ ਦੇ ਲਈ। ਸਪੈਸ਼ਲ ਇੰਸਟਰਕਸ਼ਨ ਦੀ ਗੱਲ ਕਰ ਲੈਂਦੇ ਜੀ। ਸਪੈਸ਼ਲ ਇੰਸਟਰਕਸ਼ਨ 'ਚ ਕੀ ਕੁਛ ਆ ਗਿਆ ਉਹ ਦੇਖ ਲਓ। ਆਧਾਰ ਕਾਰਡ ਹੈ, ਪੈਨ ਕਾਰਡ ਹੈ, ਰਿਕਰੂਟਮੈਂਟ ਸੈਲੀ ਵਾਲਾ ਇੰਪੋਰਟੈਂਟ ਇੰਸਟਰਕਸ਼ਨਸ ਇਹਨਾਂ ਨੇ ਦਿੱਤੀਆਂ ਹੋਈਆਂ ਨੇ। ਕਾਫੀ ਵੱਡੀ ਵੀਡੀਓ ਬਣ ਜੂਗੀ ਜੀ। ਇਹਦਾ ਜਿਹੜਾ ਲਿੰਕ ਹੈ ਨਾ, ਮੈਂ ਆਪਣਾ PDF ਫਾਈਲ ਹੈ ਉਹ 'ਚ ਟੈਲੀਗ੍ਰਾਮ ਚੈਨਲ 'ਤੇ ਪਾ ਦਿਆਂਗੇ, ਠੀਕ ਹੈ ਜੀ। ਜੇ ਕੁਛ WhatsApp ਗਰੁੱਪਾਂ 'ਚ ਜੁੜੇ ਹੋਏ ਹੋ ਤਾਂ ਉੱਥੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵੀ ਸਰ ਇਹ ਫਾਈਲ ਹੈ ਜਿਹੜੀ ਸਾਨੂੰ ਚਾਹੀਦੀ ਹੈ, ਠੀਕ ਹੈ ਜੀ। ਆਪਾਂ ਤੁਰੰਤ ਜਿਹੜੀ ਤੁਹਾਨੂੰ ਫਾਈਲ ਹੈ ਇਹ ਪਹੁੰਚਦੀ ਕਰ ਦਿਆਂਗੇ। ਇਹ ਕਾਫੀ ਚੀਜ਼ਾਂ ਦਿੱਤੀਆਂ ਹੋਈਆਂ ਨੇ, ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹ ਲਿਓ, ਠੀਕ ਹੈ। ਕੁਛ ਨਾ ਪਤਾ ਲੱਗੇ ਕਮੈਂਟ ਜ਼ਰੂਰ ਕਰ ਦਿਓ, ਠੀਕ ਹੈ ਜੀ। ਹੋਰ ਪੋਸਟਾਂ ਆਪਣੇ ਚੈਨਲ 'ਤੇ ਕਾਫੀ ਪਈਆਂ ਨੇ, ਚੈਨਲ ਨੂੰ ਵਿਜ਼ਿਟ ਕਰਦੇ ਰਿਹਾ ਕਰੋ। ਪਤਾ ਨਹੀਂ ਕਿਹੜੀ ਪੋਸਟ ਕਦੋਂ ਆ ਜੇ, ਨੋਟੀਫਿਕੇਸ਼ਨ ਨਹੀਂ ਆਵੇਗਾ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਕੋਲ ਉਹ ਮਿਲ ਜਾਇਆ ਕਰੇਗੀ। ਨੋਟੀਫਿਕੇਸ਼ਨ ਆ ਗਿਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਪੋਸਟ ਪਈ ਹੈ। ਨੋਟੀਫਿਕੇਸ਼ਨ ਨਹੀਂ ਆਊ ਤਾਂ ਪੋਸਟਾਂ ਪਾਈ ਗਈਆਂ ਪਤਾ ਨਹੀਂ ਲੱਗੂ। ਨੋਟੀਫਿਕੇਸ਼ਨ ਆਉਣ ਦੇ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਰੱਖੋ। ਆਹ ਇੱਕ ਪਰਫਾਰਮ ਹੈ ਜੀ ਜਿਹੜਾ ਤੁਸੀਂ ਭਰ ਸਕਦੇ ਹੋ। ਉਸ ਤੋਂ ਬਾਅਦ ਨੋ ਰਿਸਕ ਸਰਟੀਫਿਕੇਟ ਵਾਲਾ ਪਰਫਾਰਮ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਨੋਨ ਜੁਡੀਸ਼ੀਅਲ ਸਟੈਂਪ ਪੇਪਰ ਫੋਰ ₹10 ਓਨਲੀ ਵਾਲਾ ਪਰਫਾਰਮ ਹੈ ਜੀ। ਇਸ ਤੋਂ ਬਾਅਦ ਹੈ ਜਿਹੜਾ ਐਫੀਡੈਵਿਟ ਹੈ ਜੀ ਫੋਰ ₹10 ਓਨਲੀ, 10 ਰੁਪਏ ਦਾ। ਇਹ ਸਾਰੀਆਂ ਚੀਜ਼ਾਂ ਇੱਕ ਵਾਰੀ ਆਪਦੀਆਂ ਧਿਆਨ ਨਾਲ ਪੜ੍ਹ ਲਿਓ, ਠੀਕ ਹੈ। ਕੋਈ ਕਮੀ ਪੇਸ਼ੀ ਰਹਿ ਨਾ ਜਾਵੇ। ਬਸ ਇੰਨਾ ਕੀ ਹੈ ਜੀ। ਇਹ ਹੋਰ ਕਾਫੀ ਪੋਸਟਾਂ ਚੈਨਲ 'ਤੇ ਪਈਆਂ ਨੇ, ਆਪਣੇ ਰੈਗੂਲਰ ਪੋਸਟਾਂ ਪਈਆਂ ਨੇਗੀਆਂ ਜੀ, ਠੀਕ ਹੈ। ਅੱਜ ਜਿਵੇਂ ਆਪਣਾ ਭਰਤੀ ਹੈਗੀ
ਠੀਕ ਹੈ ਜੀ। ਆਪਣਾ ਕੋਰਟ 'ਚ ਜਿਹੜੀਆਂ ਪੋਸਟਸ ਆਈਆਂ ਹੋਈਆਂ ਨੇਗੀਆਂ ਮਾਨਸਾ ਦੀਆਂ, ਠੀਕ ਹੈ, ਉਹਨਾਂ ਲਈ ਪ੍ਰੋਸੈਸਰ ਵਾਲੀ ਪੀਅਨ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਸਾਰੀਆਂ ਵੀਡੀਓਜ਼ ਆਪਣੇ ਚੈਨਲ 'ਤੇ ਪਈਆਂ ਨੇ, ਚੈਨਲ ਨੂੰ ਦੇਖੋ, ਵਿਜ਼ਿਟ ਕਰੋ, ਜਿਹੜੀ ਤੁਹਾਨੂੰ ਪੋਸਟ ਲੱਗਦੀ ਹੈ ਉਹ ਅਪਲਾਈ ਜ਼ਰੂਰ ਕਰ ਦਿਓ ਜੀ। ਹੋਰ ਕਾਫੀ ਪੋਸਟਾਂ ਲੈ ਕੇ ਆਪਾਂ ਜਲਦ ਹੀ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਬੀ ਸੇਫ, ਸਟੇ ਕਨੈਕਟਡ।